ਪਸਾਹ ਦੀ ਆਸ਼ੀਸ਼ਿਤ ਪਵਿੱਤਰ ਸਭਾ ਆ ਗਈ ਹੈ। ਅੱਜ ਸਾਡੇ ਲਈ ਪਰਮੇਸ਼ਵਰ ਦੀ ਸੰਤਾਨ ਬਣਨ ਦੇ ਮਾਰਗ ਨੂੰ ਖੋਲ੍ਹਣ ਦੀ ਪਰਮੇਸ਼ਵਰ ਦੀ ਕਿਰਪਾ ਬਾਰੇ ਸੋਚਦੇ ਹੋਏ ਆਓ ਅਸੀਂ ਉਪਦੇਸ਼ ਸਿਰਲੇਖ ਪਸਾਹ ਅਤੇ ਨਵਾਂ ਨਾਮ ਨਾਲ ਬਾਈਬਲ ਨੂੰ ਅਧਿਐਨ ਕਰਨ ਦਾ ਕੁਝ ਸਮਾਂ ਲਈਏ। ਸਭ ਤੋਂ ਪਹਿਲਾਂ ਆਓ ਅਸੀਂ ਪਹਿਲਾ ਤਿਮੋਥਿਉਸ ਦੀ ਕਿਤਾਬ ਅਧਿਆਇ 6 ਉੱਤੇ ਇੱਕ ਨਜ਼ਰ ਪਾਈਏ। ਪਹਿਲਾ ਤਿਮੋਥਿਉਸ ਅਧਿਆਇ 6 ਵਚਨ 11। ਪਰ ਤੂੰ ਹੈ ਪਰਮੇਸ਼ਵਰ ਦੇ ਬੰਦਿਆ, ਇਹਨਾਂ ਗੱਲਾਂ ਤੋਂ ਭੱਜ ਅਤੇ ਧਰਮ, ਭਗਤੀ, ਨੇਚਾ, ਪ੍ਰੇਮ, ਧੀਰਜ, ਨਰਮਾਈ ਦੇ ਮਗਰ ਲਗਾ ਰਹਿ। ਨੇਚਾ ਦੀ ਚੰਗੀ ਲੜਾਈ ਲੜ। ਅਤੇ ਸਾਨੂੰ ਕੀ ਫੜ ਲੈਣਾ ਚਾਹੀਦਾ ਹੈ? ਸਦੀਪਕ ਜੀਵਨ ਨੂੰ ਫੜ, ਜਿਹਦੇ ਲਈ ਤੂੰ ਸੱਦਿਆ ਗਿਆ। ਸਾਨੂੰ ਆਪਣੇ ਵਿਸ਼ਵਾਸ ਦੇ ਜੀਵਨ ਨੂੰ ਜਿਉਂਦੇ ਹੋਏ ਸਦੀਪਕ ਜੀਵਨ ਦੀ ਸੱਚਾਈ ਨੂੰ ਫੜਨ ਵਿੱਚ ਕਦੇ ਵੀ ਅਸਫਲ ਨਹੀਂ ਹੋਣਾ ਚਾਹੀਦਾ। ਇਹ ਪਰਮੇਸ਼ਵਰ ਦੀ ਇੱਛਾ, ਉਹਨਾਂ ਦੇ ਹੁਕਮਾਂ ਅਤੇ ਬਾਈਬਲ ਵਿੱਚ ਲਿਖੀ ਉਹਨਾਂ ਦੀ ਸਿੱਖਿਆ ਹੈ। ਇਸ ਲਈ ਪਹਿਲਾ ਯੂਹੰਨਾ ਅਧਿਆਇ 2 ਵਚਨ 25 ਵਿੱਚ ਕਿ ਬਾਈਬਲ ਇਸ ਗੱਲ ਦੀ ਗਵਾਹੀ ਨਹੀਂ ਦਿੰਦੀ ਕਿ ਸਦੀਪਕ ਜੀਵਨ ਪਰਮੇਸ਼ਵਰ ਦੁਆਰਾ ਦਿੱਤਾ ਗਿਆ ਬਹੁਤ ਹੀ ਕੀਮਤੀ ਵਾਅਦਾ ਹੈ। ਆਓ ਅਸੀਂ ਪਹਿਲਾ ਯੂਹੰਨਾ ਦੀ ਕਿਤਾਬ ਵਿੱਚ ਜਾਈਏ। ਪਹਿਲਾ ਯੂਹੰਨਾ ਦੀ ਕਿਤਾਬ ਅਧਿਆਇ 2 ਵਚਨ 25। ਅਧਿਆਇ 2 ਵਚਨ 25 ਕਹਿੰਦਾ ਹੈ, ਅਤੇ ਇਹ ਉਹ ਵਾਅਦਾ ਹੈ ਜਿਹੜਾ ਉਹਨੇ ਸਾਨੂੰ ਦਿੱਤਾ ਸੀ, ਅਰਥਾਤ ਸਦੀਪਕ ਜੀਵਨ। ਪਿਛਲੇ ਵਚਨ ਵਿੱਚ ਜੋ ਅਸੀਂ ਪੜ੍ਹਿਆ ਇਹ ਲਿਖਿਆ ਸੀ ਕਿ ਸਾਨੂੰ ਵਿਸ਼ਵਾਸ, ਧਰਮ ਅਤੇ ਨਿਮਰਤਾ ਦਾ ਪਿੱਛਾ ਕਰਨਾ ਚਾਹੀਦਾ ਹੈ। ਪਰ ਪਰਮੇਸ਼ਵਰ ਕਹਿੰਦੇ ਹਨ ਕਿ ਸਭ ਤੋਂ ਵੱਧ ਕੇ ਸਾਨੂੰ ਬਿਨਾਂ ਅਸਫਲ ਹੋਏ ਸਦੀਪਕ ਜੀਵਨ ਨੂੰ ਫੜੀ ਰੱਖਣਾ ਚਾਹੀਦਾ ਹੈ। ਬਾਈਬਲ ਸਾਨੂੰ ਦੱਸਦੀ ਹੈ ਕਿ ਅਸੀਂ ਪਰਮੇਸ਼ਵਰ ਦੁਆਰਾ ਬੁਲਾਏ ਗਏ ਹਾਂ ਅਤੇ ਇਸ ਕਾਰਨ ਸਾਨੂੰ ਉਹਨਾਂ ਦੁਆਰਾ ਚੁਣਿਆ ਗਿਆ ਹੈ। ਨਾਲ ਹੀ ਪਹਿਲਾ ਯੂਹੰਨਾ ਅਧਿਆਇ 2 ਵਚਨ 25 ਵਿੱਚ ਇਹ ਲਿਖਿਆ ਹੈ, ਅਤੇ ਇਹ ਉਹ ਵਾਅਦਾ ਹੈ ਜਿਹੜਾ ਉਹਨੇ ਸਾਨੂੰ ਦਿੱਤਾ ਸੀ, ਅਰਥਾਤ ਸਦੀਪਕ ਜੀਵਨ। ਫਿਰ ਤੋਂ ਪਰਮੇਸ਼ਵਰ ਸਦੀਪਕ ਜੀਵਨ ਉੱਤੇ ਜ਼ੋਰ ਦਿੰਦੇ ਹਨ। ਫਿਰ ਪਰਮੇਸ਼ਵਰ ਸਾਨੂੰ ਸਦੀਪਕ ਜੀਵਨ ਨੂੰ ਫੜਨ ਲਈ ਕਿਉਂ ਕਹਿੰਦੇ ਹਨ? ਇਸ ਪ੍ਰਸ਼ਨ ਦਾ ਉੱਤਰ ਪ੍ਰਕਾਸ਼ ਦੀ ਪੋਥੀ ਅਧਿਆਇ 21 ਵਿੱਚ ਮਿਲਦਾ ਹੈ ਨਾ? ਆਓ ਅਸੀਂ ਪ੍ਰਕਾਸ਼ ਦੀ ਪੋਥੀ ਅਧਿਆਇ 21 ਵਚਨ 1 ਉੱਤੇ ਜਾਈਏ। ਪ੍ਰਕਾਸ਼ ਦੀ ਪੋਥੀ ਅਧਿਆਇ 21 ਵਚਨ 1। ਤਾਂ ਮੈਂ ਨਵਾਂ ਆਕਾਸ਼ ਅਤੇ ਨਵੀਂ ਧਰਤੀ ਵੇਖੀ। ਕਿ ਨਵੇਂ ਆਕਾਸ਼ ਅਤੇ ਨਵੀਂ ਧਰਤੀ ਦਾ ਮਤਲਬ ਸਵਰਗ ਨਹੀਂ, ਕਿਉਂ ਜੋ ਪਹਿਲਾ ਆਕਾਸ਼ ਅਤੇ ਪਹਿਲੀ ਧਰਤੀ ਜਾਂਦੀ ਰਹੀ ਹੈ ਅਤੇ ਹੁਣ ਅਗਾਹਾਂ ਨੂੰ ਸਮੁੰਦਰ ਹੈ ਨਹੀਂ। ਅਤੇ ਮੈਂ ਪਵਿੱਤਰ ਨਗਰੀ ਨਵੀਂ ਯਰੂਸ਼ਲਮ ਨੂੰ ਇਉਂ ਤਿਆਰ ਕੀਤੀ ਹੋਈ ਮੰਨੋ ਲਾੜੀ ਆਪਣੇ ਲਾੜੇ ਦੀ ਸ਼ਿੰਗਾਰੀ ਹੋਈ ਹੈ। ਪਰਮੇਸ਼ਵਰ ਦੇ ਕੋਲੋਂ ਆਕਾਸ਼ੋਂ ਉਤਰਦੀ ਨੂੰ ਵੇਖਿਆ, ਅਤੇ ਮੈਂ ਸਿੰਹਾਸਨ ਤੋਂ ਇੱਕ ਵੱਡੀ ਆਵਾਜ਼ ਇਹ ਆਖਦੇ ਸੁਣੀ, ਭਈ ਵੇਖ, ਪਰਮੇਸ਼ਵਰ ਦਾ ਡੇਰਾ ਮਨੁੱਖਾਂ ਦੇ ਨਾਲ ਹੈ, ਅਤੇ ਉਹ ਉਹਨਾਂ ਨਾਲ ਡੇਰਾ ਕਰੇਗਾ ਅਤੇ ਉਹ ਉਸ ਦੀ ਪ੍ਰਜਾ ਹੋਣਗੇ, ਅਤੇ ਪਰਮੇਸ਼ਵਰ ਆਪ ਉਹਨਾਂ ਦਾ ਪਰਮੇਸ਼ਵਰ ਹੋ ਕੇ ਉਹਨਾਂ ਦੇ ਨਾਲ ਰਹੇਗਾ, ਅਤੇ ਉਹ ਉਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਜੂ ਪੂੰਝੇਗਾ। ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ, ਨਾ ਰੋਣਾ, ਨਾ ਦੁੱਖ ਹੋਵੇਗਾ। ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ। ਅਤੇ ਉਹ ਜਿਹੜਾ ਸਿੰਹਾਸਨ ਉੱਤੇ ਬਿਰਾਜਮਾਨ ਹੈ ਬੋਲਿਆ, ਵੇਖ, ਮੈਂ ਸਭੋ ਕੁਝ ਨਵਾਂ ਬਣਾਉਂਦਾ ਹਾਂ। ਅਤੇ ਉਹਨ ਆਖਿਆ, ਲਿਖ, ਕਿਉਂ ਜੋ ਇਹ ਵਚਨ ਨੇਚਾ, ਜੋਗ ਅਤੇ ਸੱਤ ਹਨ। ਪ੍ਰਕਾਸ਼ ਦੀ ਪੋਥੀ ਅਧਿਆਇ 21 ਵਚਨ 4 ਵਿੱਚ ਪਰਮੇਸ਼ਵਰ ਕਹਿੰਦੇ ਹਨ ਕਿ ਨਵੇਂ ਆਕਾਸ਼ ਅਤੇ ਨਵੀਂ ਧਰਤੀ ਵਿੱਚ ਕੋਈ ਸੋਗ, ਰੋਣਾ ਅਤੇ ਦੁੱਖ ਨਹੀਂ ਹੋਵੇਗਾ। ਪਹਿਲੀ ਚੀਜ਼ ਕੀ ਹੈ ਜੋ ਉਹ ਇਸ ਦੁਨੀਆ ਤੋਂ ਮਿਟਾਉਣਗੇ? ਪਹਿਲੀ ਚੀਜ਼ ਜੋ ਉਹ ਮਿਟਾਉਣਗੇ ਉਹ ਮੌਤ ਹੈ। ਮੌਤ ਨੂੰ ਹਟਾਉਣ ਦਾ ਮਤਲਬ ਕੀ ਹੈ? ਇਸ ਦਾ ਮਤਲਬ ਹੈ ਕਿ ਉਹ ਸਾਨੂੰ ਸਦੀਪਕ ਜੀਵਨ ਦੇਣਗੇ। ਪਹਿਲਾ ਤਿਮੋਥਿਉਸ ਅਧਿਆਇ 6, ਪਹਿਲਾ ਯੂਹੰਨਾ ਅਧਿਆਇ 2 ਅਤੇ ਪ੍ਰਕਾਸ਼ ਦੀ ਪੋਥੀ ਅਧਿਆਇ 21 ਵਿੱਚ ਅਸੀਂ ਇਸ ਪ੍ਰਸ਼ਨ ਦਾ ਉੱਤਰ ਪਾ ਸਕਦੇ ਹਾਂ ਕਿ ਪਰਮੇਸ਼ਵਰ ਸਾਨੂੰ ਸਦੀਪਕ ਜੀਵਨ ਨੂੰ ਫੜੀ ਰੱਖਣ ਲਈ ਕਿਉਂ ਕਹਿੰਦੇ ਹਨ। ਕੋਈ ਵੀ ਸਦੀਪਕ ਜੀਵਨ ਦੇ ਬਿਨਾਂ ਸਵਰਗ ਦੇ ਰਾਜ ਵਿੱਚ ਨਹੀਂ ਜਾ ਸਕਦਾ। ਅਸੀਂ ਉੱਥੇ ਸਿਰਫ ਉਦੋਂ ਜਾ ਸਕਦੇ ਹਾਂ ਜਦੋਂ ਸਾਡੇ ਕੋਲ ਸਦੀਪਕ ਜੀਵਨ ਦਾ ਵਾਅਦਾ ਹੋਵੇਗਾ। ਫਿਰ ਇਸ ਸੰਸਾਰ ਵਿੱਚ ਉਹ ਲੋਕ ਕੌਣ ਹਨ ਜਿਨ੍ਹਾਂ ਨੂੰ ਸਦੀਪਕ ਜੀਵਨ ਦਾ ਵਾਅਦਾ ਮਿਲਿਆ ਹੈ? ਜਿਨ੍ਹਾਂ ਲੋਕਾਂ ਨੇ ਇਸ ਧਰਤੀ ਉੱਤੇ ਰਹਿੰਦੇ ਹੋਏ ਪਰਮੇਸ਼ਵਰ ਤੋਂ ਸਦੀਪਕ ਜੀਵਨ ਦਾ ਵਾਅਦਾ ਪ੍ਰਾਪਤ ਕੀਤਾ ਹੈ। ਉਹ ਜਗ੍ਹਾ ਜਿੱਥੇ ਸਿਰਫ ਇਹ ਲੋਕ ਜਾ ਸਕਦੇ ਹਨ ਉਹ ਨਵਾਂ ਆਕਾਸ਼ ਅਤੇ ਨਵੀਂ ਧਰਤੀ ਹੈ ਅਤੇ ਪਰਮੇਸ਼ਵਰ ਦੁਆਰਾ ਤਿਆਰ ਕੀਤਾ ਗਿਆ ਸਦੀਪਕ ਸਵਰਗ ਦਾ ਰਾਜ ਹੈ ਨਾ? ਇਸ ਲਈ
ਇਸ ਗੱਲ ਉੱਤੇ ਜ਼ੋਰ ਦੇਣ ਦਾ ਕੋਈ ਮਤਲਬ ਨਹੀਂ ਹੈ ਕਿ ਜਿਨ੍ਹਾਂ ਲੋਕਾਂ ਨੂੰ ਸਦੀਪਕ ਜੀਵਨ ਨਹੀਂ ਮਿਲਿਆ ਹੈ ਉਹ ਸਵਰਗ ਜਾ ਸਕਦੇ ਹਨ। ਸਵਰਗ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਮੌਤ ਨਹੀਂ ਹੈ। ਇਸ ਲਈ ਜੇਕਰ ਕੋਈ 20 ਸਾਲ ਜਾਂ 30 ਸਾਲ ਜਿਉਣ ਤੋਂ ਬਾਅਦ ਮਰ ਜਾਂਦਾ ਹੈ ਤਦ ਅਜਿਹੀ ਜਗ੍ਹਾ ਸਵਰਗ ਨਹੀਂ ਹੋ ਸਕਦੀ। ਸਵਰਗ ਦਾ ਸਦੀਪਕ ਰਾਜ ਇੱਕ ਅਜਿਹੀ ਦੁਨੀਆ ਹੈ ਜਿੱਥੇ ਮੌਤ, ਸੋਗ, ਰੋਣਾ ਜਾਂ ਦੁੱਖ ਨਹੀਂ ਹੈ। ਬਾਈਬਲ ਵਿੱਚ ਇਹ ਲਿਖਿਆ ਹੈ ਕਿ ਪਰਮੇਸ਼ਵਰ ਸਾਨੂੰ ਉਸ ਸਵਰਗ ਦੇ ਰਾਜ ਵਿੱਚ ਲਿਜਾਣ ਲਈ ਇਸ ਧਰਤੀ ਉੱਤੇ ਆਏ ਅਤੇ ਸਾਨੂੰ ਸਦੀਪਕ ਜੀਵਨ ਪ੍ਰਾਪਤ ਕਰਨ ਲਈ ਪਰਮੇਸ਼ਵਰ ਦੁਆਰਾ ਬੁਲਾਇਆ ਅਤੇ ਚੁਣਿਆ ਗਿਆ ਹੈ। ਆਓ ਯੋਹੰਨਾ ਅਧਿਆਇ 6 ਆਇਤ 45 ਉੱਤੇ ਇੱਕ ਨਜ਼ਰ ਪਾਈਏ। ਯੋਹੰਨਾ ਅਧਿਆਇ 6 ਆਇਤ 45। ਨਬੀਆਂ ਦੀਆਂ ਪੋਥੀਆਂ ਵਿੱਚ ਇਹ ਲਿਖਿਆ ਹੋਇਆ ਹੈ, ਭਈ ਉਹ ਸਭੇ ਪਰਮੇਸ਼ਵਰ ਦੇ ਸਿਖਾਏ ਹੋਏ ਹੋਣਗੇ। ਬੇਸ਼ੱਕ ਉਤਪਤ ਤੋਂ ਪ੍ਰਕਾਸ਼ ਦੀ ਪੋਥੀ ਤੱਕ ਬਾਈਬਲ ਵਿੱਚ ਪਰਮੇਸ਼ਵਰ ਦੁਆਰਾ ਦਿੱਤੀਆਂ ਗਈਆਂ ਸਿੱਖਿਆਵਾਂ ਹਨ। ਇੱਥੇ ਇਸ ਆਇਤ ਦਾ ਅਸਲ ਮਤਲਬ ਇਹ ਹੈ ਕਿ ਪਰਮੇਸ਼ਵਰ ਇਸ ਧਰਤੀ ਉੱਤੇ ਸਰੀਰ ਪਾ ਕੇ ਆਉਣਗੇ ਅਤੇ ਸਿੱਧੀ ਸਿੱਖਿਆ ਦੇਣਗੇ। ਨਬੀਆਂ ਦੀਆਂ ਪੋਥੀਆਂ ਵਿੱਚ ਇਹ ਲਿਖਿਆ ਹੈ, ਭਈ ਉਹ ਸਭੇ ਪਰਮੇਸ਼ਵਰ ਦੇ ਸਿਖਾਏ ਹੋਏ ਹੋਣਗੇ। ਹਰੇਕ ਜਿਸ ਨੇ ਪਿਤਾ ਤੋਂ ਸੁਣਿਆ ਅਤੇ ਸਿੱਖਿਆ ਹੈ ਸੋ ਮੇਰੇ ਕੋਲ ਆਉਂਦਾ ਹੈ। ਦੂਸਰੇ ਸ਼ਬਦਾਂ ਵਿੱਚ ਯਿਸੂ ਮਸੀਹ ਸਵਰਗ ਤੋਂ ਇਸ ਧਰਤੀ ਉੱਤੇ ਸਾਨੂੰ ਸਿਖਾਉਣ ਲਈ ਆਏ ਅਤੇ ਸਵਰਗ ਵਾਪਿਸ ਗਏ। ਜੇਕਰ ਅਜਿਹਾ ਹੈ ਤਾਂ ਸਾਨੂੰ ਵੀ ਜੋ ਪਰਮੇਸ਼ਵਰ ਉੱਤੇ ਵਿਸ਼ਵਾਸ ਕਰਦੇ ਹਨ ਸਵਰਗ ਵਿੱਚ ਜਾਣਾ ਚਾਹੀਦਾ ਹੈ। ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰਨ ਲਈ ਪਹਿਲੀ ਸ਼ਰਤ ਇਹ ਹੈ ਕਿ ਸਾਨੂੰ ਸਦੀਪਕ ਜੀਵਨ ਦਾ ਵਾਅਦਾ ਪ੍ਰਾਪਤ ਕਰਨਾ ਚਾਹੀਦਾ ਹੈ। ਆਓ ਅਸੀਂ ਵਚਨ 53 ਨਾਲ ਜਾਰੀ ਰੱਖਦੇ ਹੋਏ ਪਰਮੇਸ਼ਵਰ ਦੀ ਸਿੱਖਿਆ ਦੇਖੀਏ ਕਿ ਅਸੀਂ ਕਿਵੇਂ ਸਦੀਪਕ ਜੀਵਨ ਦਾ ਵਾਅਦਾ ਪ੍ਰਾਪਤ ਕਰ ਸਕਦੇ ਹਾਂ। ਤਦ ਯੀਸ਼ੂ ਨੇ ਉਹਨਾਂ ਨੂੰ ਆਖਿਆ, ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ, ਜੇ ਤੁਸੀਂ ਮਨੁੱਖ ਦੇ ਪੁੱਤਰ ਦਾ ਮਾਂਸ ਨਾ ਖਾਓ ਅਤੇ ਉਹਦਾ ਲਹੂ ਨਾ ਪੀਓ ਤਾਂ ਤੁਹਾਡੇ ਵਿੱਚ ਕੀ ਨਹੀਂ, ਤਾਂ ਤੁਹਾਡੇ ਵਿੱਚ ਜਿਉਣ ਨਹੀਂ ਹੈ। ਕੋਈ ਵਿਅਕਤੀ ਕਿੰਨਾ ਹੀ ਪ੍ਰਤਿਭਾਸ਼ਾਲੀ ਕਿਉਂ ਨਾ ਹੋਵੇ, ਕਿਸੇ ਕੋਲ ਕਿੰਨੀ ਵੀ ਪ੍ਰਸਿੱਧੀ ਜਾਂ ਗਿਆਨ ਅਤੇ ਧਨ ਕਿਉਂ ਨਾ ਹੋਵੇ, ਉਹ ਸਦੀਪਕ ਜੀਵਨ ਦੇ ਬਿਨਾਂ ਸਵਰਗ ਵਿੱਚ ਨਹੀਂ ਜਾ ਸਕਦੇ। ਆਓ ਵਚਨ 54 ਨਾਲ ਜਾਰੀ ਰੱਖੀਏ। ਜੋ ਕੋਈ ਮੇਰਾ ਮਾਂਸ ਖਾਂਦਾ ਅਤੇ ਮੇਰਾ ਲਹੂ ਪੀਂਦਾ ਹੈ, ਕੀ ਉਸੇ ਦਾ ਹੈ? ਸਦੀਪਕ ਜਿਉਣ ਉਸੇ ਦਾ ਹੈ ਅਤੇ ਮੈਂ ਅੰਤ ਦੇ ਦਿਨ ਉਹਨੂੰ ਜਿਉਂਦਾ ਉਠਾਵਾਂਗਾ। ਇੱਥੇ ਅਸੀਂ ਦੇਖ ਸਕਦੇ ਹਾਂ ਕਿ ਜੋ ਕੋਈ ਯੀਸ਼ੂ ਦਾ ਮਾਂਸ ਖਾਂਦਾ ਅਤੇ ਉਹਨਾਂ ਦਾ ਲਹੂ ਪੀਂਦਾ ਹੈ ਉਸ ਨੂੰ ਪਰਮੇਸ਼ਵਰ ਨੇ ਸਦੀਪਕ ਜੀਵਨ ਦੇਣ ਦਾ ਵਾਅਦਾ ਕੀਤਾ ਹੈ। ਪਰਮੇਸ਼ਵਰ ਨੇ, ਜਿਨ੍ਹਾਂ ਨੇ ਆਪਣੇ ਵਚਨਾਂ ਤੋਂ ਆਕਾਸ਼ ਅਤੇ ਧਰਤੀ ਅਤੇ ਉਹਨਾਂ ਵਿੱਚ ਸਭ ਕੁਝ ਬਣਾਇਆ, ਖੁਦ ਇਹਨਾਂ ਵਚਨਾਂ ਨੂੰ ਸਿਖਾਇਆ ਜਦੋਂ ਉਹ ਇਸ ਧਰਤੀ ਉੱਤੇ ਸਰੀਰ ਵਿੱਚ ਹੋ ਕੇ ਆਏ ਸੀ। ਭਾਵੇਂ ਲੋਕਾਂ ਦਾ ਵਿਸ਼ਵਾਸ ਕਿੰਨਾ ਵੀ ਵਧੀਆ ਕਿਉਂ ਨਾ ਹੋਵੇ ਜਾਂ ਉਹ ਕਿੰਨੇ ਮਹਾਨ ਖੁਸ਼ਖਬਰੀ ਦੇ ਰਸਤੇ ਉੱਤੇ ਚੱਲਦੇ ਹੋਣ, ਜੇਕਰ ਉਹਨਾਂ ਕੋਲ ਸਦੀਪਕ ਜੀਵਨ ਨਹੀਂ ਹੈ ਫਿਰ ਕੀ ਉਹ ਸਵਰਗ ਦੇ ਰਾਜ ਵਿੱਚ ਜਾ ਸਕਣਗੇ? ਨਹੀਂ, ਉਹ ਨਹੀਂ ਜਾ ਸਕਣਗੇ। ਲੋਕਾਂ ਕੋਲ ਕਿੰਨਾ ਵੀ ਵਿਸ਼ਵਾਸ ਕਿਉਂ ਨਾ ਹੋਵੇ, ਕਿੰਨੀ ਵੀ ਸ਼ਕਤੀ ਕਿਉਂ ਨਾ ਹੋਵੇ ਅਤੇ ਉਹਨਾਂ ਨੇ ਕਿੰਨੀ ਵੀ ਕੋਸ਼ਿਸ਼ ਕਿਉਂ ਨਾ ਕੀਤੀ ਹੋਵੇ, ਉਹ ਸਦੀਪਕ ਜੀਵਨ ਤੋਂ ਬਿਨਾਂ ਸਵਰਗ ਵਿੱਚ ਨਹੀਂ ਜਾ ਸਕਦੇ। ਕਿਉਂਕਿ ਅਸੀਂ ਪਰਮੇਸ਼ਵਰ ਤੋਂ ਸਦੀਪਕ ਜੀਵਨ ਦਾ ਵਾਅਦਾ ਪ੍ਰਾਪਤ ਕਰਨਾ ਹੈ, ਇਸ ਲਈ ਉਹ ਖੁਦ ਇਸ ਧਰਤੀ ਉੱਤੇ ਆਏ ਅਤੇ ਇੱਥੇ ਸਾਡੇ ਕੋਲ ਆਪਣੀ ਸਿੱਖਿਆ ਛੱਡ ਦਿੱਤੀ ਤਾਂ ਜੋ ਅਸੀਂ ਜਾਣ ਸਕੀਏ ਕਿ ਅਸੀਂ ਸਦੀਪਕ ਜੀਵਨ ਕਿਵੇਂ ਪ੍ਰਾਪਤ ਕਰ ਸਕਦੇ ਹਾਂ। ਉਹ ਸਿੱਖਿਆ ਜੋ ਉਹਨਾਂ ਨੇ ਸਾਡੇ ਲਈ ਛੱਡੀ ਹੈ ਕਿ ਉਸ ਨੂੰ ਨਵਾਂ ਨੇਮ ਨਹੀਂ ਕਿਹਾ ਜਾਂਦਾ। ਆਓ ਅਸੀਂ ਲੂਕਾ ਦੀ ਖੁਸ਼ਖਬਰੀ ਅਧਿਆਇ 22 ਵਚਨ 19 ਉੱਤੇ ਜਾਈਏ। ਤਾਂ ਉਸ ਨੇ ਰੋਟੀ ਲਈ ਅਤੇ ਸ਼ੁਕਰ ਕਰਕੇ ਤੋੜੀ ਅਤੇ ਇਹ ਕਹਿ ਕੇ ਉਹਨਾਂ ਨੂੰ ਦਿੱਤੀ ਕਿ ਇਹ ਰੋਟੀ ਮੇਰਾ ਕੀ ਹੈ? ਇਹ ਮੇਰਾ ਸਰੀਰ ਹੈ ਜੋ ਤੁਹਾਡੇ ਬਦਲੇ ਦਿੱਤਾ ਜਾਂਦਾ ਹੈ। ਯੀਸ਼ੂ ਨੇ ਕਿਹਾ, ਯੀਸ਼ੂ ਨੇ ਕੀ ਕਿਹਾ ਕਿ ਪਸਾਹ ਦੀ ਰੋਟੀ ਕੀ ਹੈ? ਯੀਸ਼ੂ ਨੇ ਕਿਹਾ, ਇਹ ਮੇਰਾ ਸਰੀਰ ਹੈ, ਮੇਰੀ ਯਾਦਗਿਰੀ ਲਈ ਇਹ ਕਰਿਆ ਕਰੋ। ਵਚਨ 20 ਕਹਿੰਦਾ ਹੈ, ਅਤੇ ਖਾਣ ਦੇ ਪਿੱਛੋਂ ਇਸੇ ਤਰ੍ਹਾਂ ਉਸਨੇ ਪਿਆਲਾ ਦੇ ਕੇ ਕਿਹਾ ਕਿ ਇੱਥੇ ਉਸ ਪਿਆਲੇ ਦੀ ਗੱਲ ਕਰ ਰਹੇ ਸੀ ਜਿਸ ਵਿੱਚ ਪਸਾਹ ਦਾ ਦਾਖਰਸ ਸੀ। ਇਹ ਪਿਆਲਾ ਕੀ ਹੈ? ਇਹ ਪਿਆਲਾ ਮੇਰੇ ਲਹੂ ਵਿੱਚ ਜੋ ਤੁਹਾਡੇ ਲਈ ਵਹਾਇਆ ਜਾਂਦਾ ਹੈ, ਨਵਾਂ ਨੇਮ ਹੈ। ਲੂਕਾ ਅਧਿਆਇ 22 ਵਚਨ 19 ਅਤੇ 20 ਵਿੱਚ ਅਸੀਂ ਦੇਖ ਸਕਦੇ ਹਾਂ ਕਿ ਯੀਸ਼ੂ ਨੇ ਪਸਾਹ ਦੀ ਰੋਟੀ ਨੂੰ ਇਹ ਕਹਿੰਦੇ ਹੋਏ ਲਿਆ ਕਿ ਇਸ ਦਾ ਅਸਲੀ ਅਰਥ ਉਹਨਾਂ ਦਾ ਸਰੀਰ ਮਤਲਬ ਉਹਨਾਂ ਦਾ ਮਾਂਸ ਹੈ।
ਅਤੇ ਉਹਨਾਂ ਨੇ ਪਸਾਹ ਦੇ ਦਾਖਰਸ ਨੂੰ ਦਿੰਦੇ ਹੋਏ ਕਿਹਾ ਕਿ ਇਸ ਦਾ ਅਸਲੀ ਅਰਥ ਉਹਨਾਂ ਦਾ ਲਹੂ ਹੈ। ਉਹਨਾਂ ਨੇ ਪਸਾਹ ਦੇ ਪਰਵ ਦੀ ਇਸ ਵਿਧੀ ਨੂੰ ਨਵਾਂ ਨੇਮ ਕਿਹਾ। ਉਹਨਾਂ ਨੇ ਕਿਉਂ ਕਿਹਾ ਕਿ ਪਸਾਹ ਦੀ ਰੋਟੀ ਉਹਨਾਂ ਦਾ ਮਾਂਸ ਹੈ ਅਤੇ ਪਸਾਹ ਦਾ ਦਾਖਰਸ ਉਹਨਾਂ ਦਾ ਲਹੂ ਹੈ? ਪਸਾਹ ਦਾ ਇਹ ਦ੍ਰਿਸ਼ ਯੂਹੰਨਾ ਅਧਿਆਇ 6 ਵਚਨ 54 ਵਿੱਚ ਲਿਖੇ ਵਚਨਾਂ ਨਾਲ ਸਿੱਧਾ ਜੁੜਿਆ ਹੋਇਆ ਹੈ। ਜੇਕਰ ਉਹ ਮਨੁੱਖ ਦੇ ਪੁੱਤਰ ਦਾ ਮਾਂਸ ਖਾਣ ਅਤੇ ਉਹਨਾਂ ਦਾ ਲਹੂ ਪੀਣ, ਤਦ ਉਹਨਾਂ ਕੋਲ ਕੀ ਹੈ? ਯੀਸ਼ੂ ਨੇ ਕਿਹਾ, ਸਦੀਪਕ ਜੀਵਨ ਉਸੇ ਦਾ ਹੈ। ਕਿ ਯੀਸ਼ੂ ਨੇ ਇਹ ਨਹੀਂ ਕਿਹਾ, ਜੋ ਮਨੁੱਖ ਦੇ ਪੁੱਤਰ ਦਾ ਮਾਂਸ ਖਾਂਦਾ ਅਤੇ ਉਸ ਦਾ ਲਹੂ ਪੀਂਦਾ ਹੈ, ਸਦੀਪਕ ਜੀਵਨ ਉਸੇ ਦਾ ਹੈ ਅਤੇ ਮੈਂ ਉਸ ਨੂੰ ਅੰਤਿਮ ਦਿਨ ਫਿਰ ਜਿਉਂਦਾ ਉਠਾਵਾਂਗਾ। ਲੂਕਾ ਅਧਿਆਇ 22 ਵਚਨ 19 ਤੋਂ 20 ਦੇ ਵਚਨਾਂ ਦੇ ਅਨੁਸਾਰ ਇਹ ਸਮਝਿਆ ਗਿਆ ਹੈ ਕਿ ਪਸਾਹ ਦੀ ਰੋਟੀ ਯੀਸ਼ੂ ਦੇ ਮਾਂਸ ਨੂੰ ਦਰਸਾਉਂਦੀ ਹੈ ਅਤੇ ਪਸਾਹ ਦਾ ਦਾਖਰਸ ਉਹਨਾਂ ਦੇ ਲਹੂ ਨੂੰ ਦਰਸਾਉਂਦਾ ਹੈ। ਫਿਰ ਪਸਾਹ ਦੀ ਰੋਟੀ ਖਾਣ ਅਤੇ ਪਸਾਹ ਦੇ ਦਾਖਰਸ ਨੂੰ ਪੀਣ ਦਾ ਮਤਲਬ ਹੈ ਯੀਸ਼ੂ ਦਾ ਮਾਂਸ ਖਾਣਾ ਅਤੇ ਉਹਨਾਂ ਦਾ ਲਹੂ ਪੀਣਾ। ਕੀ ਇਹ ਸਹੀ ਨਹੀਂ? ਫਿਰ ਪਸਾਹ ਮਨਾਉਣ ਵਾਲਿਆਂ ਨਾਲ ਕੀ ਵਾਅਦਾ ਕੀਤਾ ਜਾਂਦਾ ਹੈ? ਪਸਾਹ ਮਨਾਉਣ ਵਾਲਿਆਂ ਨਾਲ ਸਦੀਪਕ ਜੀਵਨ ਦਾ ਵਾਅਦਾ ਕੀਤਾ ਗਿਆ ਹੈ। ਅਜਿਹੀ ਕਿਹੜੀ ਜਗ੍ਹਾ ਹੈ ਜਿੱਥੇ ਸਿਰਫ ਉਹੀ ਜਾ ਸਕਦੇ ਹਨ ਜਿਨ੍ਹਾਂ ਨੂੰ ਸਦੀਪਕ ਜੀਵਨ ਦਾ ਵਾਅਦਾ ਮਿਲਿਆ ਹੈ? ਉਹ ਸਦੀਪਕ ਸਵਰਗ ਦਾ ਰਾਜ ਹੈ। ਸਦੀਪਕ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰਨ ਲਈ ਇਸ ਧਰਤੀ ਉੱਤੇ ਬਹੁਤ ਲੋਕ ਐਤਵਾਰ ਦੇ ਦਿਨ ਚਰਚ ਜਾਂਦੇ ਹਨ ਅਤੇ ਕ੍ਰਿਸਮਸ ਅਤੇ ਧੰਨਵਾਦ ਦਾ ਦਿਨ ਮਨਾਉਂਦੇ ਹਨ। ਉਹ ਚਰਚ ਦੇ ਉੱਪਰ ਸਲੀਬ ਲਗਾਉਂਦੇ ਹਨ ਅਤੇ ਇੱਥੋਂ ਤੱਕ ਕਿ ਅਜਿਹੀ ਮਾਲਾ ਵੀ ਪਾਉਂਦੇ ਹਨ ਜਿਸ ਉੱਤੇ ਸਲੀਬ ਹੁੰਦੀ ਹੈ। ਸਭ ਪ੍ਰਕਾਰ ਦੇ ਸਾਧਨਾਂ ਅਤੇ ਵਿਧੀਆਂ ਦੀ ਵਰਤੋਂ ਕਰਕੇ ਉਹ ਸਵਰਗ ਜਾਣ ਲਈ ਆਪਣੇ ਤਰੀਕੇ ਬਣਾਉਣ ਦੀ ਬਹੁਤ ਕੋਸ਼ਿਸ਼ ਕਰਦੇ ਹਨ, ਪਰ ਉਹਨਾਂ ਵਿੱਚੋਂ ਕੋਈ ਵੀ ਤਰੀਕਾ ਪਰਮੇਸ਼ਵਰ ਦਾ ਤਰੀਕਾ ਨਹੀਂ ਹੈ। ਪਰਮੇਸ਼ਵਰ ਨੇ ਸਾਨੂੰ ਸਿਖਾਇਆ ਹੈ ਕਿ ਉਹ ਦਿਨ ਆਵੇਗਾ ਜਦੋਂ ਉਹਨਾਂ ਦੇ ਲੋਕ ਨਿਸ਼ਚਿਤ ਰੂਪ ਨਾਲ ਉਹਨਾਂ ਦੀਆਂ ਸਿੱਖਿਆਵਾਂ ਨੂੰ ਸਵੀਕਾਰ ਕਰਨਗੇ। ਬਾਈਬਲ ਦੇ ਅਨੁਸਾਰ ਯੀਸ਼ੂ ਨੇ ਵੀ ਸਾਡੇ ਨਾਲ ਵਾਅਦਾ ਕੀਤਾ ਹੈ, ਸਿਰਫ ਉਹੀ ਜਿਸ ਨੇ ਪਿਤਾ ਤੋਂ ਸਿੱਖਿਆ ਹੈ ਮੇਰੇ ਕੋਲ ਆ ਸਕਦਾ ਹੈ। ਅਜਿਹੇ ਲੋਕ ਹਨ ਜੋ ਮਨੁੱਖ ਦੇ ਪੁੱਤਰ ਦਾ ਮਾਂਸ ਖਾਣ ਅਤੇ ਉਹਨਾਂ ਦਾ ਲਹੂ ਪੀਣ ਅਰਥਾਤ ਪਸਾਹ ਦੀ ਰੋਟੀ ਖਾਣ ਅਤੇ ਦਾਖਰਸ ਪੀਣ ਦੁਆਰਾ ਉਹਨਾਂ ਦੀਆਂ ਸਿੱਖਿਆਵਾਂ ਦਾ ਪਾਲਣ ਕਰਦੇ ਹਨ ਜਿਵੇਂ ਕਿ ਉਹ ਸਿਖਾਏ ਗਏ ਹਨ। ਪਰਮੇਸ਼ਵਰ ਨੇ ਇਹਨਾਂ ਸਾਰਿਆਂ ਲੋਕਾਂ ਨੂੰ ਸਦੀਪਕ ਜੀਵਨ ਦੇਣ ਦਾ ਵਾਅਦਾ ਕੀਤਾ ਹੈ। ਉਹਨਾਂ ਨੇ ਇਸ ਨੇਮ ਨੂੰ ਨਵਾਂ ਨੇਮ ਕਿਹਾ। ਇੱਥੇ ਨਵੇਂ ਨੇਮ ਦਾ ਮਤਲਬ ਨਵਾਂ ਵਾਅਦਾ ਹੈ। ਇਹ ਨਵਾਂ ਵਾਅਦਾ ਹੈ ਜੋ ਉਹਨਾਂ ਨੇ ਕੀਤਾ ਹੈ। ਇਸ ਤੋਂ ਪਹਿਲਾਂ ਭਾਵੇਂ ਹੀ ਲੋਕ 100 ਵਾਰ ਰੋਟੀ ਖਾਂਦੇ ਅਤੇ ਦਾਖਰਸ ਪੀਂਦੇ, ਫਿਰ ਵੀ ਉਹਨਾਂ ਲਈ ਸਦੀਪਕ ਜੀਵਨ ਦੇ ਰਸਤੇ ਉੱਤੇ ਚੱਲਣਾ ਅਸੰਭਵ ਸੀ। ਪਰ ਪਰਮੇਸ਼ਵਰ ਖੁਦ ਇਸ ਧਰਤੀ ਉੱਤੇ ਆਏ ਅਤੇ ਇਸ ਵਿਵਸਥਾ ਨੂੰ ਸਥਾਪਿਤ ਕੀਤਾ। ਉਹਨਾਂ ਨੇ ਇਹ ਵਿਵਸਥਾ ਕਿਸ ਲਈ ਸਥਾਪਿਤ ਕੀਤੀ? ਪਸਾਹ ਜਿਸ ਨੂੰ ਅਸੀਂ ਹੁਣ ਮਨਾ ਰਹੇ ਹਾਂ, ਕਿ ਇੱਕ ਅਜਿਹੀ ਵਿਵਸਥਾ ਨਹੀਂ ਜਿਸ ਨੂੰ ਪਰਮੇਸ਼ਵਰ ਨੇ ਸਾਡੇ ਲਈ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰਨ ਦਾ ਰਸਤਾ ਖੋਲ੍ਹਣ ਲਈ ਸਥਾਪਿਤ ਕੀਤਾ ਹੈ। ਜਿਸ ਪਸਾਹ ਨੂੰ ਅਸੀਂ ਹੁਣ ਮਨਾ ਰਹੇ ਹਾਂ ਉਸ ਵਿੱਚ ਸਦੀਪਕ ਜੀਵਨ ਦਾ ਵਾਅਦਾ ਹੈ ਅਤੇ ਇਹ ਉਸ ਨੇਮ ਤੋਂ ਵੱਖ ਹੈ ਜੋ ਪਰਮੇਸ਼ਵਰ ਨੇ ਮੂਸਾ ਦੇ ਸਮੇਂ ਤੋਂ ਸਥਾਪਿਤ ਕੀਤੀ ਸੀ। ਬਾਈਬਲ ਦੇ ਅਨੁਸਾਰ ਇਹ ਨਵਾਂ ਨੇਮ ਹੈ ਅਤੇ ਯੁੱਗ ਜਿਸ ਵਿੱਚ ਅਸੀਂ ਜੀ ਰਹੇ ਹਾਂ ਉਹ ਨਵੇਂ ਨੇਮ ਦਾ ਯੁੱਗ ਹੈ। ਕਿਉਂਕਿ ਇਹ ਨਵੇਂ ਨੇਮ ਦਾ ਯੁੱਗ ਹੈ, ਇਸ ਲਈ ਉਹ ਜਿਨ੍ਹਾਂ ਨੇ ਸਦੀਪਕ ਜੀਵਨ ਦਾ ਵਾਅਦਾ ਪ੍ਰਾਪਤ ਨਹੀਂ ਕੀਤਾ ਸਵਰਗ ਵਿੱਚ ਪ੍ਰਵੇਸ਼ ਨਹੀਂ ਕਰ ਸਕਦੇ। ਭਾਵੇਂ ਉਹ ਅਕਸਰ ਚਰਚ ਜਾਂਦੇ ਹੋਣ, ਤੜਕੇ ਦੀ ਆਰਾਧਨਾ ਵਿੱਚ ਹਿੱਸਾ ਲੈਂਦੇ ਹੋਣ, ਰਾਤ ਭਰ ਪ੍ਰਾਰਥਨਾ ਕਰਦੇ ਹੋਣ ਅਤੇ ਪਰਮੇਸ਼ਵਰ ਲਈ ਲਗਨ ਨਾਲ ਕੰਮ ਕਰਨ ਲਈ ਖੁਦ ਨੂੰ ਸਮਰਪਿਤ ਕਰਦੇ ਹੋਣ। ਮਤੀ ਅਧਿਆਇ 7 ਵਚਨ 21 ਵਿੱਚ ਇਹ ਲਿਖਿਆ ਹੈ ਕਿ ਲੋਕ ਕਹਿਣਗੇ, ਹੇ ਪ੍ਰਭੂ ਕਿ ਅਸੀਂ ਸਖਤ ਮਿਹਨਤ ਨਹੀਂ ਕੀਤੀ ਅਤੇ ਤੇਰੇ ਨਾਮ ਤੋਂ ਬਹੁਤ ਸਾਰੀਆਂ ਕੋਸ਼ਿਸ਼ਾਂ ਨਹੀਂ ਕੀਤੀਆਂ। ਹੇ ਪ੍ਰਭੂ, ਅਸੀਂ ਇਹ ਸਭ ਕੰਮ ਤੁਹਾਡੇ ਲਈ ਕੀਤਾ। ਅਸੀਂ ਨਬੀਆਂ ਦੀ ਭੂਮਿਕਾ ਨਿਭਾਈ ਅਤੇ ਭੂਤਾਂ ਨੂੰ ਕੱਢਿਆ। ਅਸੀਂ ਬਹੁਤ ਸਾਰੇ ਅਚਰਜ ਕੰਮ ਅਤੇ ਚਮਤਕਾਰ ਕੀਤੇ। ਪਰ ਯੀਸ਼ੂ ਉਹਨਾਂ ਨੂੰ ਸਾਫ਼ ਕੀ ਆਖਣਗੇ? ਉਹ ਸਾਫ਼ ਆਖਣਗੇ, ਮੈਂ ਤੁਹਾਨੂੰ ਕਦੇ ਵੀ ਨਹੀਂ ਜਾਣਿਆ। ਹੇ ਬੁਰਿਆਰੋ, ਮੇਰੇ ਕੋਲੋਂ ਚਲੇ ਜਾਓ। ਜੋ ਕੁਝ ਤੁਸੀਂ ਕੀਤਾ ਹੈ ਉਸ ਵਿਸ਼ੇ ਵਿੱਚ ਮੈਂ ਤੁਹਾਡੇ ਨਾਲ ਕੋਈ ਵਾਅਦਾ ਨਹੀਂ ਕੀਤਾ ਹੈ। ਉਹਨਾਂ ਦੁਆਰਾ ਕੀਤੇ ਗਏ ਸਾਰੇ ਕੰਮਾਂ ਵਿੱਚੋਂ ਉਹਨਾਂ ਨੇ ਪਰਮੇਸ਼ਵਰ ਦੁਆਰਾ ਦਿੱਤੇ ਗਏ ਸਦੀਪਕ ਜੀਵਨ ਦੇ ਵਾਅਦੇ ਦੇ ਅਨੁਸਾਰ ਕਦੇ ਵੀ ਕੁਝ ਨਹੀਂ ਕੀਤਾ। ਕਿ ਇਹੀ ਕਾਰਨ ਨਹੀਂ ਕਿ ਉਹਨਾਂ ਨੇ ਇਹ ਕਹਿੰਦੇ ਹੋਏ ਕਿ ਮੇਰੇ ਕੋਲੋਂ ਚਲੇ ਜਾਓ ਉਹਨਾਂ ਨੂੰ ਅਸਵੀਕਾਰ ਕਰ ਦਿੱਤਾ। ਅੱਜ ਅਸੀਂ ਨਵੇਂ ਨੇਮ ਦੇ ਪਸਾਹ ਦੀ ਸੱਚਾਈ ਵਿੱਚ ਜੀਵਨ ਜੀ ਰਹੇ ਹਾਂ। ਸਾਨੂੰ ਇਸ ਗੱਲ ਉੱਤੇ ਯਕੀਨਨ ਰੂਪ ਨਾਲ ਮਾਣ ਕਰਨਾ ਚਾਹੀਦਾ ਹੈ। ਇਹ ਹੈਰਾਨੀ ਦੀ ਗੱਲ ਹੈ
ਕਿ ਪਸਾਹ ਸਿਰਫ ਸਿਯੋਨ ਵਿੱਚ ਮਨਾਇਆ ਜਾਂਦਾ ਹੈ, ਹੋਰ ਕਿਤੇ ਨਹੀਂ। ਇਹ ਵੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਇਸ ਧਰਤੀ ਉੱਤੇ ਕੋਈ ਸਥਾਨ ਨਹੀਂ ਹੈ ਜਿੱਥੇ ਨਿਸਾਨ ਮਹੀਨੇ ਦੇ 14ਵੇਂ ਦਿਨ ਦੀ ਸ਼ਾਮ ਨੂੰ ਰੋਟੀ ਅਤੇ ਦਾਖਰਸ ਨਾਲ ਪਸਾਹ ਦਾ ਪਰਵ ਮਨਾਇਆ ਜਾਂਦਾ ਹੈ। ਜਦੋਂ ਅਸੀਂ ਪਿੱਛੇ ਮੁੜ ਕੇ ਇਹਨਾਂ ਪਰਿਸਥਿਤੀਆਂ ਨੂੰ ਦੇਖਦੇ ਹਾਂ, ਫਿਰ ਉਹ ਪਰਮੇਸ਼ਵਰ ਦੀ ਯੋਜਨਾ ਅਤੇ ਪਰਮੇਸ਼ਵਰ ਦੇ ਪ੍ਰਬੰਧ ਦੇ ਤਰੀਕੇ ਅਨੁਸਾਰ ਹੁੰਦਾ ਹੈ। ਇਸ ਨਵੇਂ ਨੇਮ ਦੇ ਇਲਾਵਾ ਸਵਰਗ ਦੇ ਰਾਜ ਵਿੱਚ ਜਾਣ ਦੇ ਵਾਅਦੇ ਨੂੰ ਪ੍ਰਾਪਤ ਕਰਨ ਦਾ ਕੋਈ ਹੋਰ ਤਰੀਕਾ ਨਹੀਂ ਹੈ। ਪਸਾਹ ਦੀ ਸੱਚਾਈ ਦੇ ਬਿਨਾਂ ਸਾਡੇ ਲਈ ਸਦੀਪਕ ਜੀਵਨ ਜਿਸ ਨੂੰ ਪਰਮੇਸ਼ਵਰ ਨੇ ਸਾਨੂੰ ਦਿੱਤਾ ਹੈ ਨੂੰ ਪ੍ਰਾਪਤ ਕਰਨ ਦਾ ਕੋਈ ਹੋਰ ਰਸਤਾ ਨਹੀਂ ਹੈ। ਇਸ ਲਈ ਅੱਜ ਸਾਨੂੰ ਐਲੋਹਿਮ ਪਰਮੇਸ਼ਵਰ ਮਤਲਬ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਨੂੰ ਹੋਰ ਜ਼ਿਆਦਾ ਵਡਿਆਈ, ਧੰਨਵਾਦ ਅਤੇ ਆਦਰ ਦੇਣਾ ਚਾਹੀਦਾ ਹੈ, ਜਿਨ੍ਹਾਂ ਨੇ ਸਾਨੂੰ ਪਸਾਹ ਅਤੇ ਨਵੇਂ ਨੇਮ ਦੀ ਸੱਚਾਈ ਦੀਆਂ ਸਿੱਖਿਆਵਾਂ ਦਿੱਤੀਆਂ ਹਨ ਅਤੇ ਜਿਨ੍ਹਾਂ ਨੇ ਸਦੀਪਕ ਸਵਰਗ ਦੇ ਰਾਜ ਦਾ ਮਾਰਗ ਖੋਲ੍ਹਿਆ ਹੈ। ਸਾਨੂੰ ਕਦੇ ਵੀ ਅਜਿਹੇ ਮੂਰਖ ਨਹੀਂ ਬਣਨਾ ਚਾਹੀਦਾ ਜੋ ਨਵੇਂ ਨੇਮ ਦੇ ਪਸਾਹ ਦੀ ਸੱਚਾਈ ਨੂੰ ਛੱਡ ਦਿੰਦੇ ਹਨ ਜਾਂ ਸਦੀਪਕ ਜੀਵਨ ਦੇ ਵਾਅਦੇ ਨੂੰ ਗਵਾਉਂਦੇ ਹਨ। ਭਾਵੇਂ ਸਾਡੇ ਕੋਲ ਹੋਰ ਕੰਮ ਨੂੰ ਕਰਨ ਲਈ ਕਿੰਨੀ ਵੀ ਅਕਲ ਕਿਉਂ ਨਾ ਹੋਵੇ, ਕਿੰਨਾ ਵੀ ਗਿਆਨ ਕਿਉਂ ਨਾ ਹੋਵੇ, ਅਤੇ ਭਾਵੇਂ ਸਾਡਾ ਵਿਸ਼ਵਾਸ ਇੰਨਾ ਮਜ਼ਬੂਤ ਹੋਵੇ ਕਿ ਵੱਡੇ ਵੱਡੇ ਪਹਾੜਾਂ ਨੂੰ ਹਿਲਾ ਦੇਵੇ, ਇਹ ਸਭ ਵਿਅਰਥ ਹੈ ਜੇਕਰ ਸਾਡੇ ਕੋਲ ਸਦੀਪਕ ਜੀਵਨ ਨਹੀਂ ਹੈ। ਕੀ ਇਹ ਸਹੀ ਨਹੀਂ? ਆਓ ਇਬਰਾਨੀਆਂ ਦੀ ਕਿਤਾਬ ਅਧਿਆਇ 10 ਪੜ੍ਹੀਏ। ਸੰਸਾਰ ਦੇ ਚਰਚ ਜੋ ਪਸਾਹ ਨੂੰ ਨਹੀਂ ਜਾਣਦੇ, ਉਹ ਪਸਾਹ ਮਨਾਉਣ ਲਈ ਸਾਡੀ ਨਿੰਦਿਆ ਕਰਦੇ ਹਨ ਅਤੇ ਸਾਡੇ ਲਈ ਇਸ ਨੂੰ ਮਨਾਉਣ ਵਿੱਚ ਰੁਕਾਵਟ ਪਾਉਂਦੇ ਹਨ। ਇਹਨਾਂ ਚਰਚਾਂ ਬਾਰੇ ਜੋ ਸਾਡੀ ਨਿੰਦਿਆ ਕਰਦੇ ਅਤੇ ਰੁਕਾਵਟਾਂ ਪਾਉਂਦੇ ਹਨ, ਪਰਮੇਸ਼ਵਰ ਨੇ ਸਾਨੂੰ ਚੇਤਾਵਨੀ ਦਿੱਤੀ ਹੈ। ਆਓ ਅਸੀਂ ਇਬਰਾਨੀਆਂ ਅਧਿਆਇ 10 ਵਚਨ 26 ਉੱਤੇ ਚਾਹੀਏ। ਜੇ ਅਸੀਂ ਸੱਤ ਦਾ ਗਿਆਨ ਪ੍ਰਾਪਤ ਕਰਨ ਦੇ ਪਿੱਛੋਂ ਜਾਣਬੁੱਝ ਕੇ ਪਾਪ ਕਰੀ ਜਾਈਏ ਤਾਂ ਪਾਪਾਂ ਦੇ ਨਿਮਿਤ ਫਿਰ ਕੋਈ ਬਲੀਦਾਨ ਨਹੀਂ, ਪਰ ਨਿਆਂ ਦੀ ਭਿਆਨਕ ਉਡੀਕ ਅਤੇ ਅੱਗ ਦੀ ਸੜਨ ਬਾਕੀ ਹੈ ਜਿਹੜੀ ਵਿਰੋਧੀਆਂ ਨੂੰ ਭਸਮ ਕਰ ਦੇਵੇਗੀ। ਜਿਸ ਕਿਸੇ ਨੇ ਮੂਸਾ ਦੀ ਸ਼ਰ੍ਹਾ ਦੀ ਟਾਲਣਾ ਕੀਤੀ ਹੋਵੇ, ਉਹ 2 ਜਾਂ 3 ਗਵਾਹਾਂ ਦੀ ਗਵਾਹੀ ਨਾਲ ਬਿਨਾਂ ਤਰਸ ਕੀਤਿਆਂ ਮਾਰਿਆ ਜਾਂਦਾ ਹੈ, ਤਾਂ ਤੁਹਾਡੇ ਖਿਆਲ ਵਿੱਚ ਉਹ ਕਿੰਨੀ ਕੁ ਹੋਰ ਵੀ ਕਰੜਾ ਸਜ਼ਾ ਦੇ ਯੋਗ ਠਹਿਰਾਇਆ ਜਾਵੇਗਾ, ਜਿਨੇ ਪਰਮੇਸ਼ਵਰ ਦੇ ਪੁੱਤਰ ਨੂੰ ਪੈਰਾਂ ਹੇਠ ਲਤਾੜਿਆ। ਅਤੇ ਨੇਮ ਦਾ ਲਹੂ ਕੀ ਹੈ? ਇਹ ਪਸਾਹ ਹੈ। ਇਹ ਨਵੇਂ ਨੇਮ ਦੇ ਪਸਾਹ ਦਾ ਲਹੂ ਹੈ ਜਿਹਦੇ ਨਾਲ ਉਹ ਪਵਿੱਤਰ ਕੀਤਾ ਗਿਆ ਸੀ। ਐਵੇਂ ਕਿਵੇਂ ਜਾਣਿਆ ਅਤੇ ਕਿਰਪਾ ਦੇ ਆਤਮਾ ਦਾ ਅਪਜਸ ਕੀਤਾ। ਉਹਨਾਂ ਦਾ ਕੀ ਹੋਵੇਗਾ ਜੋ ਸਦੀਪਕ ਨੇਮ ਦੇ ਲਹੂ ਨੂੰ ਅਪਵਿੱਤਰ ਮੰਨਦੇ ਹਨ? ਇਹ ਕਹਿੰਦਾ ਹੈ ਕਿ ਉਹਨਾਂ ਨੂੰ ਸਜ਼ਾ ਦਿੱਤੀ ਜਾਵੇਗੀ। ਬਾਈਬਲ ਸਾਨੂੰ ਗੰਭੀਰਤਾ ਨਾਲ ਸੋਚਣ ਅਤੇ ਖੁਦ ਤੋਂ ਪੁੱਛਣ ਲਈ ਕਹਿੰਦੀ ਹੈ ਕਿ ਅਜਿਹੇ ਲੋਕਾਂ ਲਈ ਕਿੰਨੀ ਵੱਡੀ, ਮਜ਼ਬੂਤ ਅਤੇ ਸਖਤ ਸਜ਼ਾ ਹੋਵੇਗੀ। ਸਦੀਪਕ ਜੀਵਨ ਉਹਨਾਂ ਨੂੰ ਨਹੀਂ ਦਿੱਤਾ ਜਾ ਸਕਦਾ ਜੋ ਨੇਮ ਦੇ ਲਹੂ ਨੂੰ ਅਪਵਿੱਤਰ ਮੰਨਦੇ ਹਨ। ਅਜਿਹੇ ਲੋਕਾਂ ਨੂੰ ਸਵਰਗ ਦਾ ਰਾਜ ਨਹੀਂ ਦਿੱਤਾ ਜਾ ਸਕਦਾ। ਇਸ ਲਈ ਜਦੋਂ ਅਸੀਂ ਸੋਚਦੇ ਹਾਂ ਕਿ ਅਸੀਂ ਕਿੱਥੇ ਹਾਂ, ਫਿਰ ਅਸੀਂ ਮਹਿਸੂਸ ਕਰ ਪਾਉਂਦੇ ਹਾਂ ਕਿ ਅਸੀਂ ਅਸਲ ਵਿੱਚ ਧਨ ਲੋਕ ਹਾਂ, ਕਿਉਂਕਿ ਅਸੀਂ ਸਵਰਗੀ ਪਿਤਾ ਅਤੇ ਸਵਰਗੀ ਮਾਤਾ ਜੀ ਨਾਲ ਮਿਲੇ ਹਾਂ। ਅਸੀਂ ਪਸਾਹ, ਨਵੇਂ ਨੇਮ, ਸਾਰਿਆਂ ਹੁਕਮਾਂ, ਵਿਧੀਆਂ ਅਤੇ ਨਵੇਂ ਨੇਮ ਦੀ ਵਿਵਸਥਾ ਨਾਲ ਹੀ ਨਾਲ ਸਿਯੋਨ, ਸਵਰਗ ਦਾ ਰਾਜ ਅਤੇ ਸਦੀਪਕ ਜੀਵਨ ਦਾ ਰਾਹ ਜਾਣ ਪਾਏ ਹਾਂ। ਸਾਨੂੰ ਨਵੇਂ ਨੇਮ ਦੀ ਸੱਚਾਈ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਜੋ ਪਰਮੇਸ਼ਵਰ ਨੇ ਸਾਨੂੰ ਦਿੱਤੀ ਹੈ, ਕਿਉਂਕਿ ਜਿਸ ਰਸਤੇ ਉੱਤੇ ਅਸੀਂ ਚੱਲ ਰਹੇ ਹਾਂ ਉਹ ਇੱਕ ਅਜਿਹਾ ਰਸਤਾ ਹੈ ਜੋ ਸਾਨੂੰ ਅਸਲ ਵਿੱਚ ਸਵਰਗ ਵੱਲ ਲੈ ਜਾਂਦਾ ਹੈ। ਜਦੋਂ ਇਜ਼ਰਾਈਲੀ ਜੰਗਲ ਵਿੱਚ ਚੱਲ ਰਹੇ ਸੀ ਤਦ ਉਹ ਹਮੇਸ਼ਾ ਪਰਮੇਸ਼ਵਰ ਦੇ ਨੇਮ ਨੂੰ ਭੁੱਲ ਜਾਂਦੇ ਸੀ, ਪਰਮੇਸ਼ਵਰ ਦੇ ਵਿਰੁੱਧ ਬਗਾਵਤ ਕਰਦੇ ਸੀ ਅਤੇ ਬੁਰਾ ਵਿਵਹਾਰ ਕਰਦੇ ਸੀ। ਉਹ ਹਰ ਦਿਨ ਉਹਨਾਂ ਦੀਆਂ ਵਿਧੀਆਂ, ਹੁਕਮਾਂ ਅਤੇ ਵਿਵਸਥਾਵਾਂ ਨੂੰ ਤਿਆਗਦੇ ਰਹੇ, ਪਰ ਸਾਨੂੰ ਉਹਨਾਂ ਦੇ ਉਦਾਹਰਨਾਂ ਦਾ ਪਾਲਨ ਕਰਦੇ ਹੋਏ ਕਦੇ ਵੀ ਉਹਨਾਂ ਵਰਗੇ ਨਹੀਂ ਬਣਨਾ ਚਾਹੀਦਾ। ਅਸੀਂ ਪਵਿੱਤਰ ਆਤਮਾ ਦੇ ਯੁੱਗ ਵਿੱਚ ਜੀ ਰਹੇ ਹਾਂ। ਇਸ ਯੁੱਗ ਤੋਂ ਬਾਅਦ ਕੋਈ ਦੂਸਰਾ ਯੁੱਗ ਨਹੀਂ ਹੈ ਜਿਸ ਵਿੱਚ ਸਾਨੂੰ ਤੌਬਾ ਕਰਨ ਦਾ ਮੌਕਾ ਦਿੱਤਾ ਜਾਵੇਗਾ। ਮੁਕਤੀ ਦੇ ਕੰਮ ਦੇ ਸੰਦਰਭ ਵਿੱਚ ਅਸੀਂ ਇੱਕ ਅਜਿਹੇ ਯੁੱਗ ਵਿੱਚ ਜੀ ਰਹੇ ਹਾਂ ਜਦੋਂ ਸਭ ਕੁਝ ਨਿਸ਼ਚਿਤ ਅਤੇ ਪੂਰਾ ਕੀਤਾ ਜਾ ਚੁੱਕਿਆ ਹੈ। ਇਸ ਦ੍ਰਿਸ਼ਟੀਕੋਣ ਤੋਂ, ਕਿਉਂਕਿ ਅਸੀਂ ਇਸ ਯੁੱਗ ਵਿੱਚ ਨਵੇਂ ਨੇਮ ਦਾ ਪਾਲਨ ਕਰ ਰਹੇ ਹਾਂ ਅਤੇ ਪਸਾਹ ਦੀ ਸੱਚਾਈ ਅਤੇ ਪਰਮੇਸ਼ਵਰ ਦੀ ਸਦੀਪਕ ਵਿਰਾਸਤ ਦੇ ਵਾਅਦੇ ਵਿੱਚ ਬਣੇ ਹੋਏ ਹਾਂ, ਪਰਮੇਸ਼ਵਰ ਨੇ ਸਾਡੇ ਭਵਿੱਖ ਲਈ ਜੋ ਮਾਰਗ ਤਿਆਰ ਕੀਤਾ ਹੈ ਉਹ ਅਸਲ ਵਿੱਚ ਆਸਾਨ ਅਤੇ ਗਰੰਟੀਸ਼ੁਦਾ ਰਸਤਾ ਹੈ।
ਸਵਰਗ ਦੇ ਰਾਜ ਵਿੱਚ ਸਾਡੇ ਗੌਰਵਸ਼ਾਲੀ ਭਵਿੱਖ ਬਾਰੇ ਸੋਚਦੇ ਹੋਏ ਆਓ ਅਸੀਂ ਇਬਰਾਨੀਆਂ ਦੀ ਕਿਤਾਬ ਅਧਿਆਇ 10 ਉੱਤੇ ਜਾਈਏ। ਅਧਿਆਇ 10 ਵਚਨ 35। ਇਬਰਾਨੀਆਂ ਅਧਿਆਇ 10 ਵਚਨ 35 ਕਹਿੰਦਾ ਹੈ, ਸੋ ਤੁਸਾਂ ਸਾਨੂੰ ਕੀ ਨਹੀਂ ਗਵਾਉਣਾ ਚਾਹੀਦਾ? ਆਪਣੀ ਦਲੇਰੀ ਨੂੰ ਕਿਤੇ ਗਵਾ ਨਾ ਬੈਠਣਾ ਕਿ ਉਹਦਾ ਵੱਡਾ ਫਲ ਹੈ। ਆਇਤ 36, ਕਿਉਂ ਜੋ ਤੁਹਾਨੂੰ ਧੀਰਜ ਕਰਨ ਦੀ ਲੋੜ ਹੈ ਭਈ ਤੁਸੀਂ ਪਰਮੇਸ਼ਵਰ ਦੀ ਇੱਛਾ ਨੂੰ ਪੂਰੀਆਂ ਕਰਕੇ ਕੀ ਪ੍ਰਾਪਤ ਕਰੋ? ਵਾਅਦੇ ਨੂੰ ਪ੍ਰਾਪਤ ਕਰੋ। ਅਜਿਹਾ ਕੋਈ ਵਾਅਦਾ ਹੈ ਜੋ ਪਰਮੇਸ਼ਵਰ ਨੇ ਸਾਡੇ ਨਾਲ ਕੀਤਾ ਹੈ, ਪਰ ਪਹਿਲਾ ਯੋਹੰਨਾ ਅਧਿਆਇ 2 ਵਚਨ 25 ਵਿੱਚ ਦਿੱਤਾ ਗਿਆ ਵਾਅਦਾ ਕੀ ਸਦੀਪਕ ਜੀਵਨ ਦਾ ਵਾਅਦਾ ਨਹੀਂ? ਸਭ ਤੋਂ ਪਹਿਲਾਂ ਸਾਨੂੰ ਸਵਰਗ ਦੇ ਰਾਜ ਦੀ ਗਾਰੰਟੀ ਪ੍ਰਾਪਤ ਕਰਨ ਲਈ ਸਦੀਪਕ ਜੀਵਨ ਦੇ ਵਾਅਦੇ ਦੀ ਲੋੜ ਹੈ। ਜਦੋਂ ਸਵਰਗ ਦੇ ਰਾਜ ਦੀ ਗਾਰੰਟੀ ਦਿੱਤੀ ਜਾਂਦੀ ਹੈ ਤਾਂ ਸ਼ਾਹੀ ਜਾਜਕ ਅਹੂਦੇ ਦੀ ਗਾਰੰਟੀ ਵੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਅਸੀਂ ਇਸ ਵਾਅਦੇ ਨਾਲ ਰਹਾਂਗੇ ਕਿ ਅਸੀਂ ਹਰ ਦਿਨ ਸਵਰਗ ਵਿੱਚ ਆਨੰਦ ਨਾਲ ਸਦੀਪਕ ਜੀਵਨ ਅਤੇ ਆਸ਼ੀਸ਼ਾਂ ਪ੍ਰਾਪਤ ਕਰਾਂਗੇ ਜਿੱਥੇ ਕੋਈ ਦੁੱਖ ਜਾਂ ਦਰਦ ਨਹੀਂ ਹੈ। ਇਸ ਲਈ ਆਪਣੀ ਦਲੇਰੀ ਨਾ ਛੱਡੋ ਕਿਉਂਕਿ ਉਹਦਾ ਵੱਡਾ ਫਲ ਹੈ। ਕਿਉਂ ਜੋ ਤੁਹਾਨੂੰ ਧੀਰਜ ਕਰਨ ਦੀ ਲੋੜ ਹੈ ਭਾਈ ਤੁਸੀਂ ਪਰਮੇਸ਼ਵਰ ਦੀ ਇੱਛਾ ਨੂੰ ਪੂਰੀਆਂ ਕਰਕੇ ਵਾਅਦੇ ਨੂੰ ਪ੍ਰਾਪਤ ਕਰੋ। ਆਓ ਵਚਨ 37 ਨਾਲ ਜਾਰੀ ਰੱਖੀਏ। ਇਹ ਲਿਖਿਆ ਹੈ, ਹੁਣ ਥੋੜਾ ਜਿਹਾ ਚਿਰ ਹੈ ਜੋ ਆਉਣ ਵਾਲਾ ਆਵੇਗਾ ਅਤੇ ਚਿਰ ਨਾ ਲਾਵੇਗਾ, ਪਰ ਮੇਰਾ ਧਰਮੀ ਬੰਦਾ ਨੇਚਾ ਤੋਂ ਜੀਵੇਗਾ ਅਤੇ ਜੇ ਉਹ ਪਿਛਾਂਹ ਹਟ ਜਾਵੇ ਮੇਰਾ ਜੀ ਉਸ ਤੋਂ ਪ੍ਰਸੰਨ ਨਹੀਂ ਹੋਵੇਗਾ। ਪਰ ਅਸੀਂ ਉਹਨਾਂ ਵਿੱਚੋਂ ਨਹੀਂ ਜਿਹੜੇ ਪਿਛਾਂਹ ਹਟ ਕੇ ਨਸ਼ਟ ਹੋ ਜਾਂਦੇ ਹਨ, ਸਗੋਂ ਉਹਨਾਂ ਵਿੱਚੋਂ ਜਿਹੜੇ ਨੇਚਾ ਕਰਕੇ ਜਾਨ ਬਚਾ ਰੱਖਦੇ ਹਨ। ਸਾਨੂੰ ਉਹਨਾਂ ਮੂਰਖ ਲੋਕਾਂ ਵਾਂਗ ਨਹੀਂ ਬਣਨਾ ਚਾਹੀਦਾ ਜੋ ਪਿੱਛੇ ਹਟਦੇ ਹਨ, ਠੋਕਰ ਖਾਂਦੇ ਹਨ ਅਤੇ ਉਹਨਾਂ ਸਮਿਆਂ ਵਿੱਚ ਵਾਪਸ ਚਲੇ ਜਾਂਦੇ ਹਨ ਜਦੋਂ ਉਹਨਾਂ ਨੇ ਪਰਮੇਸ਼ਵਰ ਤੇ ਵਿਸ਼ਵਾਸ ਨਹੀਂ ਕੀਤਾ ਸੀ, ਜਿਸ ਦੇ ਨਤੀਜੇ ਵਜੋਂ ਉਹਨਾਂ ਦੀਆਂ ਆਤਮਾਵਾਂ ਨਸ਼ਟ ਹੋ ਜਾਂਦੀਆਂ ਹਨ। ਮੈਂ ਤੁਹਾਨੂੰ ਅੰਤ ਤੱਕ ਆਪਣੇ ਵਿਸ਼ਵਾਸ ਨੂੰ ਮਜ਼ਬੂਤੀ ਨਾਲ ਫੜੀ ਰੱਖਣ ਅਤੇ ਸਵਰਗ ਦੇ ਰਾਜ ਦੇ ਯੋਗ ਵਿਸ਼ਵਾਸ ਰੱਖਣ ਵਾਲਿਆਂ ਦੇ ਵਿਵਹਾਰ ਨੂੰ ਬਣਾਏ ਰੱਖਣ ਲਈ ਕਹਿਣਾ ਚਾਹੁੰਦਾ ਹਾਂ। ਨਵਾਂ ਨੇਮ ਅਤੇ ਪਸਾ ਜੋ ਸਾਡੇ ਕੋਲ ਹੈ ਉਹ ਬਹੁਤ ਕੀਮਤੀ ਹੈ। ਸਾਡੇ ਕੋਲ ਸਭ ਤੋਂ ਸ਼ਾਨਦਾਰ ਸੱਚਾਈ ਹੈ ਜਿਸ ਨਾਲ ਸਵਰਗ ਦੇ ਸਵਰਗਦੂਤ ਵੀ ਹੈਰਾਨ ਹੁੰਦੇ ਹਨ ਅਤੇ ਸਾਡੇ ਤੋਂ ਈਰਖਾ ਕਰਦੇ ਹਨ। ਫਿਰ ਸਾਨੂੰ ਸੰਸਾਰ ਦੇ ਲੋਕਾਂ ਵਾਂਗ ਆਪਣਾ ਜੀਵਨ ਨਹੀਂ ਜਿਉਣਾ ਚਾਹੀਦਾ ਜਿਨ੍ਹਾਂ ਕੋਲ ਮਾਣ ਕਰਨ ਲਈ ਕੁਝ ਵੀ ਨਹੀਂ ਹੈ, ਹੈ ਨਾ? ਸਾਡੇ ਕੋਲ ਪੂਰਾ ਕਰਨ ਲਈ ਇੱਕ ਮਿਸ਼ਨ ਹੈ। ਇਸ ਯੁੱਗ ਵਿੱਚ ਪਰਮੇਸ਼ਵਰ ਸਾਨੂੰ ਕਿਹੜਾ ਮਿਸ਼ਨ ਪੂਰਾ ਕਰਨ ਲਈ ਕਹਿੰਦੇ ਹਨ? ਦੁਨੀਆ ਭਰ ਦੇ ਸਾਰੇ ਲੋਕਾਂ ਬਾਰੇ ਪਰਮੇਸ਼ਵਰ ਸਾਨੂੰ ਕੀ ਕਰਨ ਦਾ ਹੁਕਮ ਦਿੰਦੇ ਹਨ? ਪਰਮੇਸ਼ਵਰ ਸਾਨੂੰ ਉਹਨਾਂ ਸਾਰਿਆਂ ਨੂੰ ਖੁਸ਼ਖਬਰੀ ਦਾ ਪ੍ਰਚਾਰ ਕਰਨ ਦਾ ਹੁਕਮ ਦਿੰਦੇ ਹਨ। ਸੱਚਮੁੱਚ ਸਾਨੂੰ ਪਸਾਹ ਮਿਲ ਗਿਆ ਹੈ ਅਤੇ ਅਸੀਂ ਨਵੇਂ ਨੇਮ ਦੇ ਸੇਵਕਾਂ ਦੇ ਰੂਪ ਵਜੋਂ ਸਵੀਕਾਰ ਕੀਤੇ ਗਏ ਹਾਂ। ਜੇਕਰ ਅਜਿਹਾ ਹੈ ਤਾਂ ਕੁਝ ਹੈ ਜੋ ਨਵੇਂ ਨੇਮ ਦੇ ਸੇਵਕਾਂ ਨੂੰ ਪੂਰਾ ਕਰਨਾ ਚਾਹੀਦਾ ਹੈ। ਸਾਨੂੰ ਸੰਸਾਰ ਦੇ ਲੋਕਾਂ ਨੂੰ ਖੁਸ਼ਖਬਰੀ ਦਾ ਪ੍ਰਚਾਰ ਕਰਨਾ ਚਾਹੀਦਾ ਹੈ। ਜਿਸ ਦਿਨ ਅਸੀਂ ਸਵਰਗ ਮੁੜਾਂਗੇ ਪਰਮੇਸ਼ਵਰ ਸਾਨੂੰ ਕਹਿਣਗੇ ਤੁਸੀਂ 5 ਨਗਰਾਂ ਉੱਤੇ ਅਧਿਕਾਰੀ ਹੋ ਜਾਓ, ਤੁਸੀਂ 10 ਨਗਰਾਂ ਉੱਤੇ ਅਧਿਕਾਰੀ ਹੋ ਜਾਓ। ਮਤੀ ਅਧਿਆਇ 25 ਵਿੱਚ ਦਰਜ ਤੋੜਿਆਂ ਦੇ ਦ੍ਰਿਸ਼ਟਾਂਤ ਦੁਆਰਾ ਅਸੀਂ ਉਸ ਦ੍ਰਿਸ਼ ਨੂੰ ਦੇਖ ਸਕਦੇ ਹਾਂ ਜਿੱਥੇ ਪਰਮੇਸ਼ਵਰ ਆਪਣੇ ਵਿਸ਼ਵਾਸਯੋਗ ਦਾਸਾਂ ਨੂੰ ਨਗਰ ਦਿੰਦੇ ਹਨ, ਹੈ ਨਾ? ਲੂਕਾ ਵਿੱਚ 10 ਮੋਹਰਾਂ ਦੇ ਦ੍ਰਿਸ਼ਟਾਂਤ ਦੁਆਰਾ ਵੀ ਅਸੀਂ ਉਹੀ ਦ੍ਰਿਸ਼ ਨੂੰ ਦੇਖ ਸਕਦੇ ਹਾਂ, ਹੈ ਨਾ? ਇਸ ਤਰ੍ਹਾਂ ਦਾ ਗੌਰਵਸ਼ਾਲੀ ਦਿਨ ਬਹੁਤ ਜਲਦੀ ਆਵੇਗਾ। ਆਓ ਅਸੀਂ ਵਰਤਮਾਨ ਸਮੇਂ ਨੂੰ ਮੁਸ਼ਕਿਲ ਨਜ਼ਰੀਏ ਨਾਲ ਨਾ ਦੇਖੀਏ, ਇਸ ਦੇ ਬਜਾਏ ਆਓ ਅਸੀਂ ਹਮੇਸ਼ਾ ਇਸ ਗੌਰਵਸ਼ਾਲੀ ਭਵਿੱਖ ਵੱਲ ਦੇਖੀਏ। ਬੇਸ਼ੱਕ ਇਸ ਧਰਤੀ ਉੱਤੇ ਸਾਡਾ ਜੀਵਨ ਮਹੱਤਵਪੂਰਨ ਹੈ, ਪਰ ਮੈਨੂੰ ਆਸ ਹੈ ਕਿ ਸਾਡੇ ਵਿੱਚੋਂ ਕੋਈ ਵੀ ਮੂਰਖ ਨਹੀਂ ਬਣੇਗਾ ਜੋ ਅਸਥਾਈ ਚੀਜ਼ਾਂ ਦੇ ਕਾਰਨ ਜੋ ਸਦੀਪਕ ਹਨ ਉਹਨਾਂ ਨੂੰ ਗਵਾ ਦਿੰਦਾ ਹੈ। ਆਸ ਕਰਦੇ ਹੋਏ ਕਿ ਅੱਜ ਅਸੀਂ ਜੋ ਪਸਾਹ ਮਨਾ ਰਹੇ ਹਾਂ ਉਸ ਦੇ ਦੁਆਰਾ ਤੁਹਾਨੂੰ ਸਦੀਪਕ ਜੀਵਨ ਪ੍ਰਾਪਤ ਹੋਇਆ, ਮੈਂ ਅੱਜ ਦਾ ਉਪਦੇਸ਼ ਸਮਾਪਤ ਕਰਨਾ ਚਾਹਾਂਗਾ। ਤੁਹਾਡਾ ਬਹੁਤ ਬਹੁਤ ਧੰਨਵਾਦ।